ਜਿਹੜਾ ਰਾਈਟ ਵਰਡ ਹੈਗਾ ਉਹ ਬਿਲਕੁਲ ਤੁਸੀਂ ਯੂਜ਼ ਕੀਤਾ ਹੈਗਾ, ਧੋਖਾਧੜੀ। ਸੋ ਮੈਟਰਮੋਨੀਅਲ ਰਿਲੇਸ਼ਨਸ਼ਿਪ ਇਟਸੈਲਫ ਪ੍ਰੋਬਲਮ ਨਹੀਂ ਹੈਗਾ, ਪ੍ਰੋਬਲਮ ਹੈਗਾ ਜਿਹੜਾ ਉਹਦੇ 'ਚ ਉਹ ਮੈਟਰਮੋਨੀ ਕਰਕੇ ਫਰਾਡ ਹੋਇਆ, ਉਹ ਪ੍ਰੋਬਲਮ ਹੈਗੀ ਆ। ਹੁਣ ਜਿਹੜਾ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਜਿਹੜੀ ਜੁਰਿਸਡਿਕਸ਼ਨ 'ਚੋਂ ਫਰਾਡ ਹੋਇਆ ਉਸ ਦੀ ਕੰਪਲੇਂਟ ਵੀ ਉਸੇ ਜੁਰਿਸਡਿਕਸ਼ਨ 'ਚ ਕੀਤੀ ਜਾ ਸਕਦੀ। ਉਹ ਫਰਾਡ ਕੈਨੇਡਾ 'ਚ ਤਾਂ ਹੋਇਆ ਨਹੀਂ ਜੀ, ਉਹ ਫਰਾਡ ਤਾਂ ਇੰਡੀਆ 'ਚ ਹੋਇਆ। ਜੇ ਇੰਡੀਆ 'ਚ ਹੋਇਆ, ਧੋਖਾਧੜੀ ਹੋਈ ਹੈ, ਤਾਂ ਉਹਦੀ ਕੰਪਲੇਂਟ ਵੀ ਇੰਡੀਆ 'ਚ ਹੀ ਕੀਤੀ ਜਾ ਸਕਦੀ ਹੈ। ਜੇ ਆਪਾਂ ਇੱਥੇ ਜਾ ਕੇ ਕਹਾਂਗੇ ਕਿ ਮੈਂ ਇੰਡੀਆ 'ਚ ਰਹਿੰਦਾ ਅਤੇ ਮੇਰਾ ਇੱਥੇ ਸਪਾਊਸ ਹੈਗਾ, ਉਹ ਸਪਾਊਸ ਨੇ ਮੇਰੇ ਨਾਲ ਧੋਖਾ ਕਰਿਆ, ਤਾਂ ਪੁਲਿਸ ਮੇਰੀ ਰਿਪੋਰਟ ਲਿਖ ਲੇ, ਉਹ ਨਹੀਂ ਲਿਖੂਗੇ ਜੀ, ਕਿਉਂਕਿ ਉਹ ਕਹਿਣਗੇ ਤੂੰ ਜਿੱਥੇ ਜਿਹੜੀ ਤੇਰੀ ਜੁਰਿਸਡਿਕਸ਼ਨ ਹੈ ਤੂੰ ਉੱਥੇ ਜਾ ਕੇ ਕੰਪਲੇਂਟ ਕਰ, ਤੇਰੀ ਕੰਪਲੇਂਟ ਉਰੇ ਨਹੀਂ ਹੋਊਗੀ। ਪਰ ਇਹਦੇ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਹੈਗੀ ਹੈ ਉਹ ਹੈਗੀ ਇਮੀਗ੍ਰੇਸ਼ਨ ਲਾਅ। ਇਮੀਗ੍ਰੇਸ਼ਨ ਲਾਅ ਦੇ ਵਿੱਚ ਇਹ ਪ੍ਰੋਵੀਜ਼ਨ ਜ਼ਰੂਰ ਹੈਗੀ ਹੈ ਜਿਹੜੀ ਫਰਾਡ ਵਾਲੀ ਹੈ, ਉਹ ਜੁਰਿਸਡਿਕਸ਼ਨ, ਕਿਉਂਕਿ ਉਹ ਇੰਡੀਵਿਜੂਅਲ ਕੈਨੇਡਾ ਦੇ ਵਿੱਚ ਹੈ, ਇਸ ਲਈ ਉਹਦੀ ਜੁਰਿਸਡਿਕਸ਼ਨ ਆਟੋਮੈਟਿਕਲੀ ਉਹ ਕੈਨੇਡਾ ਬਣ ਜਾਂਦੀ ਹੈ। ਪਰ ਉਹ ਕ੍ਰਿਮੀਨਲ ਫਰਾਡ ਮੈਟਰ ਦੀ ਜੁਰਿਸਡਿਕਸ਼ਨ ਉਹ ਨਹੀਂ ਬਣ ਸਕੂਗੀ, ਕਿਉਂਕਿ ਇੱਥੇ ਫਰਾਡ ਹੋਇਆ ਹੀ ਨਹੀਂ। ਉਹ ਫਰਾਡ ਜਿਹੜਾ ਹੋਇਆ ਉਹ ਜਿਹੜੇ ਵੀ ਜੁਰਿਸਡਿਕਸ਼ਨ 'ਚ ਹੋਇਆ, ਉੱਥੇ ਚਾਹੇ ਇੰਡੀਆ ਪਾਕਿਸਤਾਨ ਕਿਤੇ ਵੀ ਉਹ ਹੋ ਸਕਦਾ ਹੈਗਾ। ਹੁਣ ਜਿਵੇਂ ਤੁਸੀਂ ਕਿਹਾ ਉਹਦਾ ਕਰਿਆ ਕੀ ਜਾਵੇ, ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਧੋਖਾ ਹੋ ਗਿਆ, ਆਪਾਂ ਇੱਥੇ ਕੰਪਲੇਨ ਵੀ ਨਹੀਂ ਕਰ ਸਕਦੇ, ਕਰਿਆ ਕੀ ਜਾਵੇ। ਸਭ ਤੋਂ ਪਹਿਲਾਂ ਤਾਂ ਜਿਹੜਾ ਸੈਕਸ਼ਨ 36 ਹੈਗਾ ਉਹਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਸੈਕਸ਼ਨ 36 ਕ੍ਰਿਮੀਨਲ ਇਨਐਡਮਿਸਿਬਿਲਿਟੀ ਦੀ ਗੱਲ ਕਰਦਾ। ਸੋ ਕ੍ਰਿਮੀਨਲ ਇਨਐਡਮਿਸਿਬਿਲਿਟੀ ਹੈਗੀ ਹੈ ਕਿ ਕੋਈ ਫੋਰਨ ਨੈਸ਼ਨਲ ਹੈਗਾ, ਵਿਦੇਸ਼ੀ ਬੰਦਾ ਹੈ, ਜਾਂ ਪਰ ਉਹ ਕੈਨੇਡਾ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟ ਹੈ, ਚਾਹੇ ਉਹ ਪਰਮਾਨੈਂਟ ਰੈਜ਼ੀਡੈਂਟ, ਤਾਂ ਵੀ ਵਿਦੇਸ਼ੀ ਉਹ ਗਿਣਿਆ ਜਾਊਗਾ ਉਹ, ਕਿਉਂਕਿ ਉਹਦੇ ਕੋਲ ਕੈਨੇਡੀਅਨ ਪਾਸਪੋਰਟ ਨਹੀਂ ਹੈਗਾ। ਉਹ ਜਿਹੜਾ ਸੈਕਸ਼ਨ 36 ਦੇ ਥੱਲੇ ਕ੍ਰਿਮੀਨੈਲਿਟੀ 'ਚ ਜਿਹੜਾ ਫੋਰਨ ਨੈਸ਼ਨਲ ਹੈ, ਜੇ ਉਹਨੇ ਕੋਈ ਕ੍ਰਾਈਮ ਕਮਿਟ ਕੀਤਾ ਅਤੇ ਉਹ ਕ੍ਰਾਈਮ ਹੈ ਜਿਹੜਾ ਉਹ ਕੈਨੇਡਾ ਤੋਂ ਬਾਹਰ ਕਮਿਟ ਹੋਇਆ, ਪਰ ਉਹ ਇਕੁਇਵਲੈਂਟ ਹੈਗਾ ਕੈਨੇਡੀਅਨ ਜਿਹੜਾ ਕ੍ਰਿਮੀਨਲ ਲਾਅ ਹੈਗਾ ਉਹਦੇ ਵਿੱਚ ਜੁਰਮ ਦੇ ਬਰਾਬਰ ਹੈ, ਉਹ ਕ੍ਰਿਮੀਨਲ ਕੋਡ ਆਫ ਕੈਨੇਡਾ ਦੇ ਵਿੱਚੋਂ। ਹੁਣ ਜੇ ਕਿਸੇ ਨੇ ਜਿਹੜਾ ਫਰਾਡ ਕੀਤਾ ਅਤੇ ਉਹ ਕ੍ਰਿਮੀਨਲ ਨੈਗਲੀਜੈਂਸ ਹੋਈ ਹੈ ਉਹਦੇ ਵਿੱਚ, ਤਾਂ ਫਿਰ ਉਹਨੂੰ ਮੰਨਿਆ ਜਾਊਗਾ ਵੀ ਇਹ ਕੈਨੇਡਾ ਦੇ ਵਿੱਚ ਵੀ ਫਰਾਡ ਦੇ ਬਰਾਬਰ ਹੈਗਾ। ਹੁਣ ਇੱਥੇ ਬਹੁਤ ਇੰਪੋਰਟੈਂਟ ਵਰਡ ਹੈ ਜਿਹੜਾ ਮੈਂ 2 ਵਾਰੀ ਯੂਜ਼ ਕੀਤਾ, ਉਹ ਹੈਗਾ ਕਮਿਟ ਕਰਿਆ। ਇਹ ਜ਼ਰੂਰੀ ਨਹੀਂ ਕਿ ਤੁਹਾਡੀ ਕਨਵਿਕਸ਼ਨ ਹੋਈ ਹੈ, ਮਤਲਬ ਤੁਹਾਨੂੰ ਜੁਰਮ, ਤੁਸੀਂ ਅਦਾਲਤ 'ਚ ਗਏ ਅਤੇ ਅਦਾਲਤ ਨੇ ਤੁਹਾਨੂੰ ਸਜ਼ਾ ਦਿੱਤੀ, ਇਹ ਜ਼ਰੂਰੀ ਨਹੀਂ ਹੈਗਾ ਵਿਦੇਸ਼ੀਆਂ ਲਈ। ਪਰ ਜੇ ਉਹ ਜੁਰਮ ਕੈਨੇਡਾ ਤੋਂ ਬਾਹਰ ਹੋਇਆ, ਸੋ ਉਹਦੇ ਵਿੱਚੋਂ ਜੇ ਤੁਸੀਂ ਇਹ ਪ੍ਰੂਵ ਕਰਦੇ ਹੋ ਕਿ ਇਹ ਜੁਰਮ ਮੇਰੇ ਨਾਲ ਕਮਿਟ ਹੋਇਆ ਹੈਗਾ, ਇਸ ਬੰਦੇ ਨੇ ਇਹ ਜੁਰਮ ਕਮਿਟ ਕੀਤਾ ਹੈਗਾ, ਅਤੇ ਤੁਸੀਂ ਇੰਡੀਆ ਜਾਂ ਪਾਕਿਸਤਾਨ ਜਾਂ ਜਿੱਥੇ ਵੀ ਤੁਸੀਂ ਹੈਗੇ ਹੋ ਉੱਥੇ ਜਾ ਕੇ ਤੁਸੀਂ FIR ਦਰਜ ਕਰਾਉਂਦੇ ਹੋ ਉਸ ਇੰਡੀਵਿਜੂਅਲ ਦੇ ਖਿਲਾਫ। ਹੁਣ ਉੱਥੇ ਜਾ ਕੇ ਤੁਸੀਂ ਆਪਣੀ ਸਾਰੀ ਕਹਾਣੀ ਦੱਸਦੇ ਹੋ, ਉਹ ਤੋਂ ਬਾਅਦ ਪੁਲਿਸ ਉਸ ਇੰਡੀਵਿਜੂਅਲ ਨੂੰ ਸਰਟਨ ਧਾਰਾ ਦੇ ਥੱਲੇ ਚਾਰਜ ਕਰਦੀ ਹੈਗੀ ਹੈ। ਜਦੋਂ ਚਾਰਜਿਸ ਲੇ ਹੋ ਗਏ ਤਾਂ ਇਹ ਮੰਨਿਆ ਜਾਊਗਾ ਕਿ ਤੁਸੀਂ ਉਹ ਐਕਟ ਕਮਿਟ ਕੀਤਾ ਹੈਗਾ। ਐਕਟ ਕਮਿਟ ਹੋਣ ਤੋਂ ਬਾਅਦ ਜੇ ਤਾਂ ਅਦਾਲਤ ਉਹਨੂੰ ਬਰੀ ਕਰ ਦਿੰਦੀ ਹੈ, ਉਹਨੂੰ ਪਤਾ ਨਹੀਂ ਕਿੰਨੇ ਸਾਲ ਲੱਗਦੇ ਆ, ਉਹ ਤੋਂ ਬਾਅਦ ਜੋ ਵੀ ਪ੍ਰੋਸੈਸ ਹੋਊਗਾ, ਫਿਰ ਤਾਂ ਤੁਹਾਡੇ 'ਤੇ ਜੁਰਮ ਨਹੀਂ ਮੰਨਿਆ ਜਾਊਗਾ। ਪਰ ਜੇ ਤੁਸੀਂ ਉਹ ਜੁਰਮ ਕਮਿਟ ਕੀਤਾ ਅਤੇ ਤੁਹਾਡੇ ਖਿਲਾਫ FIR ਹੋ ਗਈ, ਉਹ FIR ਦੀ ਜਿਹੜੀ ਕਾਪੀ ਹੈਗੀ ਹੈ, ਜਿਹੜਾ ਇੰਡੀਵਿਜੂਅਲ ਇੱਥੇ ਕੈਨੇਡਾ ਦੇ ਵਿੱਚ ਹੈ ਜਿਹਨੇ ਉਹ ਜੁਰਮ ਕਮਿਟ ਕੀਤਾ, ਉਹਦੇ ਖਿਲਾਫ ਤੁਹਾਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਸ਼ਿਕਾਇਤ ਹੈ ਜਿਹੜੀ ਉਹ ਕਰਨੀ ਪੈਣੀ ਹੈ। ਹੁਣ ਜਦ ਤੁਸੀਂ ਸ਼ਿਕਾਇਤ ਕਰਦੇ ਹੋ, ਉਹ ਤੋਂ ਬਾਅਦ ਇਹ ਜਾਣਕਾਰੀ ਹੈ ਜਿਹੜੀ ਤੁਸੀਂ ਉਹ FIR ਦੀ ਕਾਪੀ, ਉਸ ਤੋਂ ਇਲਾਵਾ ਜੋ ਵੀ ਤੁਹਾਡੇ ਨਾਲ ਹੋਇਆ ਉਹ ਨਰੇਸ਼ਨ, ਅਤੇ ਉਹ ਇੰਡੀਵਿਜੂਅਲ ਉਹਦੇ ਵਿੱਚ ਕਿਵੇਂ ਇਨਵੋਲਵਡ ਹੈ ਅਤੇ ਉਹਦਾ ਕੈਨੇਡਾ 'ਚ ਕੀ ਸਟੇਟਸ ਹੈ, ਬਾਕੀ ਉਹਦੀ ਜੋ ਵੀ ਜਾਣਕਾਰੀ ਹੈ ਉਹ ਤੁਸੀਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਫਾਰਮਲ ਸ਼ਿਕਾਇਤ ਉਹਨਾਂ ਨੂੰ ਕਰਨੀ ਹੈਗੀ ਹੈ। ਉਹਦੇ ਲਈ ਇੱਕ ਤਾਂ ਇੱਥੇ ਆਪਣੇ ਟੋਰਾਂਟੋ ਦੇ ਵਿੱਚੋਂ ਜਿਹੜਾ ਗ੍ਰੇਟਰ ਟੋਰਾਂਟੋ ਇਨਫੋਰਸਮੈਂਟ ਸੈਂਟਰ ਹੈਗਾ, GTEC ਜਿਹਨੂੰ ਕਹਿੰਦੇ ਨੇ, ਜਿਹੜਾ ਏਅਰਪੋਰਟ 'ਤੇ ਡੇਅਰੀ ਰੋਡ ਦੇ ਉੱਤੇ ਹੈਗਾ, ਉਹ ਸੈਂਟਰ ਹੈਗਾ ਉਹਨੂੰ ਭੇਜ ਸਕਦੇ ਹਾਂ। ਜੋ ਵੈਸਟ ਦੇ ਵਿੱਚ ਹੈਗਾ ਤਾਂ ਸਰੀ ਦੇ ਵਿੱਚੋਂ ਜਿਹੜਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਦਫ਼ਤਰ ਹੈਗਾ ਉੱਥੇ ਭੇਜੀ ਜਾ ਸਕਦੀ ਹੈਗੀ ਹੈ। ਤੁਸੀਂ ਬਹੁਤ ਇੰਪੋਰਟੈਂਟ ਪੁਆਇੰਟ ਰੇਜ਼ ਕੀਤਾ ਸੀ, ਉਹ ਇਹ ਕੀਤਾ ਸੀ ਕਿ ਹੋਇਆ ਤਾਂ ਵਿਆਹ ਹੈ ਅਤੇ ਇਹਦਾ ਡੈਫੀਨੇਸ਼ਨ ਕ੍ਰਾਈਮ ਦੇ ਵਿੱਚ ਕਿਵੇਂ ਆਉਂਦਾ ਹੈਗਾ। 2 ਇੰਡੀਵਿਜੂਅਲਸ ਨੇ ਵਿਆਹ ਕਰਵਾਇਆ, ਸਾਰੇ ਰੀਤੀ ਰਿਵਾਜ ਫੋਲੋ ਹੋਇਆ। ਸੋ ਜੇ ਇੱਕ ਸਪਾਊਸ ਦਾ ਓਨਸ ਬਣਦਾ, ਜੇ ਆਪਣੀ ਵਾਈਫ ਦੀ ਫੀਸ ਦਿੰਦਾ ਆ ਜਾਂ ਉਹਦੇ ਖਰਚੇ ਚੱਲਦਾ, ਸੋ ਇੱਕ ਸਪਾਊਸ ਦਾ ਓਨਸ ਆ, ਇਸ ਚੀਜ਼ ਨੂੰ ਅਸੀਂ ਫਰਾਡ ਦੇ ਵਿੱਚ ਕਿਵੇਂ ਸੋਚ ਸਕਦੇ? ਜਿਹੜਾ ਤਾਂ ਵਿਆਹ ਹੋਇਆ, ਉਹ ਵਿਆਹ ਤਾਂ ਜਿਹੜੀ ਜੁਰਿਸਡਿਕਸ਼ਨ ਦੇ ਵਿੱਚ ਹੋਇਆ
ਉਹ ਜੁਰਿਸਡਿਕਸ਼ਨ ਦੀ ਕਾਨੂੰਨੀ ਰਿਕੁਆਇਰਮੈਂਟ ਨੂੰ ਪੂਰਾ ਕਰਨ ਤੋਂ ਬਾਅਦ ਇਹ ਹੋਇਆ। ਜੇ ਆਪਾਂ ਇੰਡੀਆ ਦੀ ਪਰਟੀਕੂਲਰ ਐਗਜ਼ਾਮਪਲ ਲਈਏ, ਜਿੱਥੇ ਕਿ ਉਹ 18 ਸਾਲ ਤੋਂ ਵੱਧ ਕੁੜੀ ਹੋਣੀ ਚਾਹੀਦੀ ਹੈ, 21 ਸਾਲ ਤੋਂ ਵੱਧ ਮੁੰਡਾ ਹੋਣਾ ਚਾਹੀਦਾ, ਦੋਏ ਸੇਨ ਹੋਣੇ ਚਾਹੀਦੇ ਨੇ, ਦੋਏ ਸੇਮ ਰਿਲੀਜਨ ਨੂੰ ਬਿਲੋਂਗ ਹੁੰਦੇ ਕਰਨੇ ਚਾਹੀਦੇ ਨੇ, ਸਪਿੰਡਸ ਰਿਲੇਸ਼ਨਸ਼ਿਪ ਨਹੀਂ ਆਉਂਦੇ ਚਾਹੀਦੇ। ਉਹ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਹੀ ਮੈਰਿਜ ਰਜਿਸਟਰਾਰ ਮੈਰਿਜ ਨੂੰ ਰਜਿਸਟਰ ਕਰਦਾ। ਸੋ ਮੈਰਿਜ ਤਾਂ ਵੈਲਿਡ ਹੈ, ਇਹ ਜੇ ਤਾਂ ਕੋਈ ਦੋ ਰਾਵਾਂ ਨਹੀਂ ਹੈਗੀਆਂ। ਹੁਣ ਜਿਹੜਾ ਦੂਜਾ ਪਾਰਟ ਹੈਗਾ ਉਹ ਇਹ ਪਾਰਟ ਹੈਗਾ ਕਿ ਜਿੱਥੇ ਕਿਸੇ ਸ਼ਰਤ ਦੇ ਉੱਤੇ, ਜਿਵੇਂ ਕਿਸੇ ਨੇ ਕਿਹਾ ਕਿ ਹਾਂਜੀ ਮੈਂ ਵਿਆਹ ਕਰਾ ਲਓ ਤੇ ਤੁਸੀਂ ਮੈਨੂੰ ਆਪ ਸਾਰੀ ਫੀਸ ਮੇਰੀ ਦੇ ਦਿਓ, ਫੀਸ ਦੇਣ ਤੋਂ ਬਾਅਦ ਜਿਹੜਾ ਤੁਸੀਂ ਸਾਰਾ ਮੇਰਾ ਖਰਚਾ ਚੱਕੋ, ਇਸ ਤੋਂ ਬਾਅਦ ਆ ਇੰਡੀਵਿਜੂਅਲ ਨੂੰ ਮੈਂ ਉੱਥੇ ਸਪਾਂਸਰ ਕਰਕੇ ਬੁਲਾ ਲੂੰਗੀ ਜਾਂ ਬੁਲਾ ਲੂੰਗਾ। ਇਹ ਤਾਂ ਇੱਕ ਤੁਹਾਡਾ ਕਮਿਟਮੈਂਟ ਹੈਗਾ। ਉਸ ਤੋਂ ਬਾਅਦ ਉਹ ਤੁਸੀਂ ਸਾਰੇ ਉਹਦੇ ਫੀਸ ਦੇ ਪੈਸੇ ਵੀ ਲੈ ਲਏ, ਸਾਰੇ ਉਹ ਤੋਂ ਆਪਦਾ ਜੋ ਵੀ ਰਹਿਣ ਸਹਿਣ ਦਾ ਖਰਚਾ ਲੈ ਲਿਆ, ਉਸ ਤੋਂ ਬਾਅਦ ਤੁਸੀਂ ਰਿਫਿਊਜ਼ ਕਰਤਾ ਕਿ ਮੈਂ ਨਹੀਂ ਤੈਨੂੰ ਬੁਲਾਉਣਾ ਹੈਗਾ। ਇਹ ਜਿਹੜਾ ਪਾਰਟ ਹੈ ਇਹ ਫਰਾਡ ਹੈ, ਜਿੱਥੇ ਕਿ ਇੱਕ ਸਰਟਨ ਲਿਮਿਟ ਜਿਹੜੀ ਹੈਗੀ ਆ ਉਹ ਤੋਂ ਵੱਧ ਪੈਸਿਆਂ ਦੇ ਉੱਤੇ ਇਹ ਫਰਾਡ ਕੀਤਾ ਗਿਆ। ਇੰਡੀਆ ਦੇ ਵਿੱਚੋਂ ਇਹ ਜਿਹੜਾ ਸੈਕਸ਼ਨ 420 ਜਿਹਨੂੰ ਕਿਹਾ ਜਾਂਦਾ ਜੀ, ਉਹਦੇ ਥੱਲੇ ਆਉਂਦਾ ਹੈਗਾ ਤੇ ਉਹ ਇਕੁਇਵਲੈਂਟ ਟੂ ਕ੍ਰਾਈਮ ਹੈਗਾ ਕੈਨੇਡਾ ਦੇ ਵਿੱਚੋਂ। ਸੋ ਇਹਦੇ ਨਾਲ ਤੁਸੀਂ ਇੱਕ ਹੋਰ ਐਗਜ਼ਾਮਪਲ ਵੀ ਦਿੱਤਾ ਸੀ ਜਿੱਥੇ ਕਿਸੇ ਨੇ ਸੁਸਾਈਡ ਕਮਿਟ ਕਰ ਲਿਆ। ਹੁਣ ਜੇ ਕਿਸੇ ਨੇ ਉਹਨੂੰ ਇਹ ਫੋਰਸ ਕੀਤਾ ਜਾਂ ਉਹ ਕਾਰਨ ਬਣਿਆ ਉਹਦੇ ਸੁਸਾਈਡ ਨੂੰ ਕਮਿਟ ਕਰਨ ਦਾ, ਤਾਂ ਉਹ ਵੀ ਕ੍ਰਿਮੀਨੈਲਿਟੀ ਦੇ ਥੱਲੇ ਆਉਂਦਾ ਹੈਗਾ ਜੀ। ਸੋ ਇਹ ਕਿੰਨੇ ਕਾਰਨ ਬਣ ਸਕਦੇ ਨੇ। ਤੁਸੀਂ ਕੋਈ ਡਾਕੂਮੈਂਟੇਸ਼ਨ ਲਿਖਿਆ ਹੈਗਾ ਜਿੱਥੇ ਤੁਸੀਂ ਇਹ ਲਿਖਿਆ, ਇਹਦੇ ਨਾਲ ਇਕੱਲਾ ਇਹ ਨਹੀਂ ਕਿ ਤੁਸੀਂ ਉਸ ਬੰਦੇ ਨਾਲ ਧੋਖਾ ਕੀਤਾ, ਤੁਸੀਂ ਕੈਨੇਡੀਅਨ ਗਵਰਨਮੈਂਟ ਨਾਲ ਵੀ ਧੋਖਾ ਕੀਤਾ। ਕਿਉਂਕਿ ਜੇ ਗਵਰਨਮੈਂਟ ਨੂੰ ਇਹ ਪਤਾ ਹੋਵੇ ਕਿ ਬੰਦੇ ਨੇ ਪੈਸੇ ਲੈ ਕੇ ਇਹਨੂੰ ਸਪਾਂਸਰ ਕਰਨਾ ਹੈ ਤਾਂ ਉਹਨੂੰ ਆਉਣੇ ਨਹੀਂ ਦੇਣਗੇ। ਇਹਦਾ ਮਤਲਬ ਮਿਸਰੈਪ੍ਰੈਜ਼ੈਂਟੇਸ਼ਨ ਵੀ ਇਹਦੇ ਨਾਲ ਹੈਗਾ। ਸੋ ਉਹ ਵੀ ਉਹਦੇ ਤੇ ਧਾਰਾ ਜਿਹੜੀ ਲੱਗੂਗੀ। ਹੁਣ ਸਭ ਤੋਂ ਪਹਿਲਾਂ ਤਾਂ ਜਿਹੜਾ ਇਹਨੂੰ ਪ੍ਰਾਇੋਰਿਟੀ ਦੇ ਉੱਤੇ ਦੇਖਿਆ ਜਾਂਦਾ ਹੈ ਕਿ ਸੀਰੀਅਸਨੈਸ ਆਫ ਦ ਕ੍ਰਾਈਮ ਹੈ ਜਿਹੜੀ ਉਹ ਕੀ ਹੈਗੀ ਹੈ। ਜੇ ਤਾਂ ਹੁਣ ਜਿਵੇਂ ਸੁਸਾਈਡ ਦਾ ਮਾਮਲਾ ਹੈਗਾ, ਕਿਸੇ ਨੇ ਆਤਮ ਹੱਤਿਆ ਕਰ ਲਈ ਹੈਗੀ ਹੈ, ਹਾਂਜੀ ਬਹੁਤ ਸੀਰੀਅਸ ਜਿਹੜਾ ਇਸ਼ੂ ਹੈਗਾ। ਇਹ ਸੀਰੀਅਸਨੈਸ ਇੰਨੀ ਹੈਗੀ ਹੈ ਕਿ ਜੇ ਕੋਈ ਬੰਦਾ ਆਪਦੇ ਸੁਸਾਈਡ ਨੋਟ ਦੇ ਵਿੱਚੋਂ ਕਿਸੇ ਦਾ ਨਾਂ ਲਿਖ ਕੇ ਗਿਆ ਤਾਂ ਇਹਨੂੰ ਜਿਹੜਾ ਡਾਇੰਗ ਸਟੇਟਮੈਂਟ ਆਖਿਆ ਜਾਂਦਾ ਹੈਗਾ। ਸੋ ਡਾਇੰਗ ਸਟੇਟਮੈਂਟ ਨੂੰ ਆਲਮੋਸਟ ਸੱਚ ਦੇ ਬਰਾਬਰ ਹੀ ਮੰਨਿਆ ਜਾਂਦਾ ਹੈਗਾ। ਤੇ ਦੂਜਾ, ਜੇ ਕੋਈ ਕਾਗਜ਼ ਪੱਤਰ ਸੀਗੇ, ਉਹ ਕਾਗਜ਼ ਪੱਤਰ ਇਹ ਦੱਸਦੇ ਸੀਗੇ ਕਿ ਬੰਦਿਆਂ ਨੇ ਆਪਸ 'ਚ ਸਮਝੌਤਾ ਕੀਤਾ ਕਿ ਇਹਨੂੰ ਇੰਨੇ ਪੈਸੇ ਦਿੱਤੇ ਜਾਣਗੇ, ਇਹ ਤੋਂ ਬਾਅਦ ਇਹਨੂੰ ਸਪਾਂਸਰਸ਼ਿਪ ਕਰੂ, ਤੇ ਇਹੋ ਜਿਹਾ ਕੋਈ ਕਾਗਜ਼ ਲਿਖਿਆ ਸੀਗਾ, ਤਾਂ ਇਹ ਸਿੱਧੇ ਦਾ ਸਿੱਧਾ ਮਤਲਬ ਕ੍ਰਾਈਮ ਹੈਗਾ ਜੀ। ਇਹਨੂੰ ਫਰਾਡ ਹੀ ਮੰਨਿਆ ਜਾਊਗਾ ਤੇ ਇਹਦੇ ਨਾਲ ਮਿਸਰੈਪ੍ਰੈਜ਼ੈਂਟੇਸ਼ਨ ਮੰਨਿਆ ਜਾਊਗਾ। ਸੋ ਉਹ ਵੱਖਰੇ ਮਾਮਲਿਆਂ 'ਚ ਵੱਖਰੀਆਂ ਚੀਜ਼ਾਂ ਹੋ ਸਕਦੀਆਂ ਹੈਗੀਆਂ ਨੇ। ਤੇ ਦੂਜੀ, ਮੈਂ ਗਲੈਡ ਹਾਂ ਤੁਸੀਂ ਇਸ ਅੱਜ ਆਪਾਂ ਟੌਪਿਕ ਤੇ ਗੱਲ ਕਰ ਰਹੇ ਹਾਂ, ਕਿਉਂਕਿ ਮੈਂ ਬਹੁਤ ਸਾਰੇ ਲੋਕਾਂ ਦੀਆਂ ਮਿਸਕਨਸੈਪਸ਼ਨਸ ਇਹਦੇ ਬਾਰੇ ਸੁਣੀਆਂ ਨੇ। ਕਈ ਰੇਡੀਓ ਪ੍ਰੋਗਰਾਮ, ਕਈ ਟੀਵੀ ਪ੍ਰੋਗਰਾਮ ਦੇ ਉੱਤੇ ਇਹੋ ਜਿਹੇ ਲੋਕਾਂ ਦੇ ਕਨਵਰਸੇਸ਼ਨ ਡਿਸਕਸ਼ਨ ਵੀ ਸੁਣੇ ਹੈ, ਪਰ ਉਹਨੂੰ ਐਕਚੁਅਲੀ ਰਾਹ ਨਹੀਂ ਪਤਾ ਕਿ ਮੈਂ ਕਰਨਾ ਕੀ ਹੈਗਾ, ਮੈਂ ਕਰਨਾ ਕੀ ਹੈ। ਹੁਣ ਜਦੋਂ ਤੁਸੀਂ ਸ਼ਿਕਾਇਤ ਕਰਤੀ ਹੈਗੀ ਹੈ ਤਾਂ ਉਸ ਇੰਡੀਵਿਜੂਅਲ ਦੇ ਖਿਲਾਫ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਜਾਊਗੀ। ਜੇ ਉਹਨੇ ਆਪਣਾ ਵਰਕ ਪਰਮਿਟ ਐਕਸਟੈਂਡ ਕਰਾਉਣਾ ਜਾਂ ਉਹਨੇ ਆਪਣਾ ਸਟੱਡੀ ਪਰਮਿਟ ਐਕਸਟੈਂਡ ਕਰਾਉਣਾ ਤਾਂ ਉਹਦੇ ਉੱਤੇ ਉਹ ਮਾਮਲਾ ਆਲਰੇਡੀ ਚੱਲ ਰਿਹਾ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ, ਇਮੀਗ੍ਰੇਸ਼ਨ ਨੂੰ ਆਲਰੇਡੀ ਇਹ ਗੱਲ ਪਤਾ ਹੈਗੀ ਹੈ ਕਿ ਇਹ ਬੰਦੇ ਦੇ ਖਿਲਾਫ ਜਿਹੜੀ FIR ਹੈ ਉਹ ਦਰਜ ਹੋ ਚੁੱਕੀ ਹੈਗੀ ਹੈ ਤੇ ਉਹ ਕ੍ਰਿਮੀਨਲੀ ਇਨਐਡਮਿਸਿਬਲ ਹੈ ਕੈਨੇਡਾ ਨੂੰ। ਜੋ ਇਨਐਡਮਿਸਿਬਲ ਹੈ ਉੱਥੇ ਉਹ ਦੋ ਕਾਰਨ ਕਰ ਸਕਦੇ ਨੇ। ਇੱਕ ਤਾਂ ਇਹ ਕਰ ਸਕਦੇ ਨੇ, ਉਹ ਸੀਰੀਅਸਨੈਸ ਆਫ ਆਫੈਂਸ ਨੂੰ ਦੇਖ ਕੇ ਉਹਦੇ ਖਿਲਾਫ ਜਦੇ ਰਿਪੋਰਟ ਲਿਖ ਕੇ ਉਹਨੂੰ ਨਾਲ ਦੀ ਨਾਲ ਬਾਹਰ ਭੇਜ ਸਕਦੇ ਹੈਗੇ ਆ। ਤੇ ਦੂਜਾ ਇਹ ਕਰ ਸਕਦੇ ਨੇ, ਉਹ ਵੇਟ ਕਰ ਸਕਦੇ ਨੇ, ਉਹਦੀ ਐਪਲੀਕੇਸ਼ਨ ਨੂੰ ਹੋਲਡ ਕਰ ਲਿਆ ਜਾਊਗਾ। ਹੋਲਡ ਕਰਨ ਤੋਂ ਬਾਅਦ ਇਹ ਦੇਖਿਆ ਜਾਊਗਾ ਕਿ ਉਸ ਕੇਸ ਤੇ ਫੈਸਲਾ ਕੀ ਹੁੰਦਾ। ਜੇ ਤਾਂ ਉਹ ਫੈਸਲਾ ਉਹਦੇ ਹੱਕ 'ਚ ਆਉਂਦਾ, ਮਤਲਬ ਉਹਨੂੰ ਇਕੁਇਟਲ ਕਰ ਦਿੱਤਾ ਜਾਂਦਾ, ਮਾਫ ਕਰ ਦਿੱਤਾ ਜਾਂਦਾ, ਫਿਰ ਤਾਂ ਉਹਨੇ ਕੋਈ ਜੁਰਮ ਨਹੀਂ ਕੀਤਾ, ਫਿਰ ਤਾਂ ਉਹਨੂੰ ਜਿਹੜਾ ਉਹਦਾ ਫੇਵਰੇਬਲ ਡਿਸੀਜਨ ਕਰ ਦੇਣਗੇ। ਪਰ ਜੇ ਉਹਦਾ ਇਕੁਇਟਲ ਨਹੀਂ ਹੁੰਦਾ ਜਾਂ ਲੰਬਾ ਵਕਤ ਲੱਗਦਾ ਤਾਂ ਵੀ ਉਹਨੂੰ ਇਨਐਡਮਿਸਿਬਲ ਜਿਹੜਾ ਉਹ ਡਿਕਲੇਅਰ ਕਰ ਦਿੱਤਾ ਜਾਊਗਾ। ਪਰ ਉਹ ਤੋਂ ਬਾਅਦ ਇਕੱਲਾ ਇਹ ਜ਼ਰੂਰੀ ਨਹੀਂ ਹੈਗਾ ਕਿ ਜੇ ਦੂਜੀ ਪਾਰਟੀ ਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਉਹਦੇ ਖਿਲਾਫ ਇਹੋ ਜਿਹਾ ਕੋਈ ਮਾਮਲਾ ਹੈ, ਹਾਲੇ ਰਿਮੂਵਲ ਆਰਡਰ ਇਸ਼ੂ ਨਹੀਂ ਹੋਇਆ, ਜੇ ਉਸ ਤੋਂ ਪਹਿਲਾਂ ਉਹ ਰਿਫਿਊਜੀ ਕਲੇਮ ਫਾਈਲ ਕਰ ਲੈਂਦੇ ਆ ਜੀ ਤੇ ਉਹ ਕਹਿੰਦੇ ਨੇ ਮੇਰੇ ਖਿਲਾਫ ਗਲਤ ਮੁਕੱਦਮਾ ਹੋਇਆ ਇੰਡੀਆ ਦੇ ਵਿੱਚੋਂ ਤੇ ਮੈਨੂੰ ਤਾਂ ਉੱਥੇ ਜਾਣ ਦਾ ਖਤਰਾ ਹੈਗਾ, ਤੇ ਰਿਮੂਵਲ ਆਰਡਰ ਇਸ਼ੂ ਨਹੀਂ ਹੋਇਆ ਹਾਲੇ, ਤਾਂ ਉਹਨੂੰ ਬੰਦੇ ਨੂੰ ਰਿਮੂਵ ਨਹੀਂ ਕੀਤਾ ਜਾ ਸਕਦਾ ਹੈਗਾ। ਜੇ ਰਿਮੂਵਲ ਆਰਡਰ ਇਸ਼ੂ ਹੋ ਗਿਆ ਤੁਹਾਡੇ ਖਿਲਾਫ, ਫਿਰ ਤੁਸੀਂ ਰੈਫਿਊਜੀ ਕਲੇਮ ਹੈ ਜਿਹੜਾ ਉਹ
ਨਹੀਂ ਕਰ ਸਕਦੇ, ਕਿਉਂਕਿ ਦੂਜੀ ਪਾਰਟੀ ਦੇ ਵੀ ਉਨੀ ਹੱਕ ਨੇ ਜੀ, ਅਧਿਕਾਰ ਨੇ। ਸੋ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਹੈ ਇਹ ਹੈਗੀ ਹੈ ਕਿ ਇਕੁਇਵੈਲੈਂਸੀ ਆਫ ਕ੍ਰਾਈਮ ਸਭ ਤੋਂ ਪਹਿਲਾਂ ਦੇਖਣਾ ਜ਼ਰੂਰੀ ਹੈ। ਜੇ ਤਾਂ ਉਹ ਫਰਾਡ ਹੈਗਾ ਪਰ ਉਹ ਕ੍ਰਿਮੀਨਲ ਨਹੀਂ ਹੈਗਾ, ਫਿਰ ਤੁਹਾਡੇ ਦੇ ਖਿਲਾਫ ਕੋਈ ਮਾਮਲਾ ਨਹੀਂ ਬਣ ਸਕੂਗਾ। ਪਰ ਜੇ ਉਹ ਕ੍ਰਿਮੀਨਲ ਫਰਾਡ ਹੈ ਤੇ ਉਸ ਤੋਂ ਬਾਅਦ ਉਹ ਤੁਹਾਨੂੰ, ਉਹ ਕੈਨੇਡਾ ਦੇ ਵਿੱਚ ਵੀ ਫਰਾਡ ਮੰਨਿਆ ਗਿਆ, ਹਾਂਜੀ ਜ਼ਰੂਰ ਤੁਹਾਡੇ ਖਿਲਾਫ ਹੈ ਜਿਹੜਾ ਉਹ ਮਾਮਲਾ ਬਣੂਗਾ ਜੀ। ਬਿਲਕੁਲ ਸਰ, ਜਿਵੇਂ ਮਾਮਲੇ ਦੀ ਅਸੀਂ ਗੱਲ ਕਰ ਰਹੇ ਹਾਂ, ਜੇਕਰ ਸੈਕੰਡ ਪਾਰਟੀ ਦੀ ਅਸੀਂ ਗੱਲ ਕਰੀਏ, ਜਿਵੇਂ ਹੁਣੀ ਲੇਟੈਸਟ ਮੈਂ ਤੁਹਾਡਾ ਸੁਸਾਈਡ ਵਾਲੇ ਮੈਟਰ ਦੀ ਗੱਲ ਕਰੀ ਸੀ, ਉਹਦੇ ਵਿੱਚ ਕੁਝ ਇਹੋ ਜਿਹੇ ਮਾਮਲੇ ਵੀ ਸਾਹਮਣੇ ਆ ਜਿਹਦੇ ਵਿੱਚ ਉਹਨਾਂ ਨੇ ਇਹ ਸਬੂਤ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਡੌਰੀ ਲਈ ਸਾਨੂੰ ਤੰਗ ਕੀਤਾ ਜਾ ਰਿਹਾ ਸੀ ਐਂਡ ਆਲ ਦੈਟ। ਅਜਿਹੇ ਮਾਮਲੇ ਦੇ ਵਿੱਚ ਕੈਨੇਡਾ ਸਰਕਾਰ ਜਾਂ ਕੈਨੇਡਾ ਦੀ ਏਜੰਸੀਜ਼ ਵੀ ਆਪਣੇ ਬਿਹਾਫ ਦੇ ਉੱਤੇ ਕੋਈ ਇਨਕੁਆਇਰੀ ਕਰਦੇ ਆ, ਜਾਂ ਜਿਵੇਂ ਬੈਕ ਹੋਮ ਜਿਹੜੀ ਕੰਟਰੀ ਦੇ ਵਿੱਚ ਇਨਕੁਆਇਰੀ ਚੱਲਦੀ ਆ ਉਹਦੇ ਤੇ ਜੋ ਫੈਸਲੇ ਆ ਰਿਹਾ ਉਹਦੇ ਆਧਾਰ ਤੇ ਆਪਣਾ ਜਿਹੜਾ ਡਿਸੀਜਨ ਲਿਆ ਜਾਂਦਾ? ਜਿਹੜਾ ਇਹ ਪਰਟੀਕੂਲਰ ਮਾਮਲਾ ਹੈਗਾ ਇਹ ਇਨਫੋਰਸਮੈਂਟ ਦਾ ਮਾਮਲਾ ਹੈਗਾ। ਸੋ ਇੱਥੇ ਡਿਪੈਂਡ ਕਰੂਗਾ ਕਈ ਸਾਰੀਆਂ ਸਰਕਮਸਟੈਂਸਿਸ ਦੇ ਉੱਤੇ। ਜੇ ਤਾਂ ਤੁਸੀਂ ਸਾਰੀ ਡਾਕੂਮੈਂਟੇਸ਼ਨ ਤੇ ਮੈਟਰ ਉਹਨਾਂ ਨੂੰ ਪੂਰਾ ਪ੍ਰਿਪੇਅਰ ਕਰਕੇ ਦੇਤਾ, ਫਿਰ ਸ਼ਾਇਦ ਉਹਨਾਂ ਨੂੰ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਹੈ। ਤੇ ਦੂਜਾ, ਜਿਹੜੀ ਜੇ ਤੁਸੀਂ ਉਹਦੇ ਵਿੱਚੋਂ ਸਹੀ ਤਰ੍ਹਾਂ ਆਪਣੇ ਮਾਮਲੇ ਨੂੰ ਪ੍ਰੈਜ਼ੈਂਟ ਨਹੀਂ ਕਰ ਪਾਏ, ਤਾਂ ਜਿਹੜਾ ਇਨਵੈਸਟੀਗੇਟਿੰਗ ਆਫਿਸਰ ਹੈ ਉਹ ਵੀ ਇਹ ਦੇਖ ਸਕਦਾ ਹੈ ਕਿ ਮੈਨੂੰ ਨਹੀਂ ਲੱਗਦਾ ਮਾਮਲਾ ਰੈਲੇਵੈਂਟ ਹੈ, ਤੇ ਕੋਈ ਮਾਮਲਾ ਨਹੀਂ ਵੀ ਚਲਾ ਸਕਦਾ। ਤੇ ਦੂਜਾ, ਹਰੇਕ ਵੀਜ਼ਾ ਪੋਸਟ ਦੇ ਉੱਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਇੱਕ ਆਫਿਸਰ ਹੁੰਦਾ ਹੈ ਜਿਹਨੂੰ ਲੀਅਜ਼ਨ ਆਫਿਸਰ ਆਖਿਆ ਜਾਂਦਾ ਹੈਗਾ। ਸੋ ਜਿੰਨੀਆਂ ਵੀ ਇਨਫੋਰਸਮੈਂਟ ਦੀਆਂ ਕਾਰਵਾਈਆਂ ਹੁੰਦੀਆਂ ਨੇ, ਇੰਟੈਲੀਜੈਂਸ ਗੈਦਰਿੰਗ ਹੁੰਦਾ, ਉਹ ਸਾਰਾ ਉਹ ਆਫਿਸਰ ਦੀ ਜ਼ਿੰਮੇਵਾਰੀ ਹੁੰਦੀ ਹੈਗੀ ਹੈ। ਹਾਂਜੀ, ਸੋ ਉਹਦੇ ਲਈ ਫੀਲਡ ਇਨਵੈਸਟੀਗੇਸ਼ਨ ਵੀ ਕੀਤੀ ਜਾਂਦੀ ਹੈ, ਇਹਨੂੰ FIT ਕਿਹਾ ਜਾਂਦਾ ਹੈਗਾ। ਸੋ ਫੀਲਡ ਇਨਵੈਸਟੀਗੇਸ਼ਨ ਟੀਮ ਨੂੰ ਇਹ ਕੰਮ ਦਿੱਤਾ ਜਾਂਦਾ ਹੈ ਤਾਂ ਕਿ ਉਹ ਜਾ ਕੇ ਜਿੱਥੇ ਵੀ ਹੋਇਆ ਉੱਥੋਂ ਇਨਵੈਸਟੀਗੇਟ ਕਰਕੇ ਆਪਣੀ ਰਿਪੋਰਟ ਹੈ ਜਿਹੜੀ ਉਹ ਲਿਆ ਸਕਣ। ਪਰ ਜੇ ਮਾਮਲਾ ਆਲਰੇਡੀ ਚਾਰजेस ਲੇ ਹੋ ਚੁੱਕੀਆਂ ਨੇ ਤਾਂ ਉਹ ਤੋਂ ਉਸੇ ਇੰਡੀਵਿਜੂਅਲ ਤੋਂ ਡਿਮਾਂਡ ਕੀਤਾ ਜਾ ਸਕਦਾ ਕਿ ਤੂੰ ਉਹਦੀ ਪੁਲਿਸ ਰਿਪੋਰਟ ਲੈ ਕੇ ਆ। ਜੇ ਉਹ ਪੁਲਿਸ ਰਿਪੋਰਟ ਲੈ ਕੇ ਆਊਗਾ ਤਾਂ ਆਬਵੀਅਸ ਹੈ ਉਹਦੇ ਉੱਤੇ ਉਹ ਚਾਰजेस ਦਿਸਣਗੀਆਂ, ਕਿਉਂਕਿ ਮਾਮਲਾ ਉਹ ਲੱਗ ਹੋ ਚੁੱਕਿਆ, ਤਾਂ ਵੀ ਉਹਨੂੰ ਇਨਐਡਮਿਸਿਬਲ ਡਿਕਲੇਅਰ ਕੀਤਾ ਜਾ ਸਕਦਾ ਹੈਗਾ। ਇਹਦੇ ਨਾਲ ਇੱਕ ਜਿਵੇਂ ਕ੍ਰਾਈਮ ਸਟਾਪਰਸ ਹੈਗਾ, ਉਵੇਂ ਜਿਵੇਂ ਗਵਰਨਮੈਂਟ ਕੈਨੇਡਾ ਦੀ ਇੱਕ ਜਿਹੜੀ ਫੋਨ ਲਾਈਨ ਹੈ ਉਹਨੂੰ ਕੈਨੇਡਾ ਬਾਰਡਰ ਵਾਚ ਆਖਿਆ ਜਾਂਦਾ ਹੈ। ਸੋ ਜੇ ਤੁਸੀਂ ਗੂਗਲ ਕਰੋ ਕੈਨੇਡਾ ਬਾਰਡਰ ਵਾਚ ਤਾਂ ਤੁਹਾਨੂੰ 1-800 ਨੰਬਰ ਹੈ ਜਿਹੜਾ ਉੱਥੇ ਉਹ ਮਿਲ ਚੁੱਕਾ। ਉਹਦੇ ਵਿੱਚ ਤੁਹਾਤੋਂ ਕੋਈ ਵੀ ਜਾਣਕਾਰੀ ਹੈ ਤੁਹਾਡੇ ਬਾਰੇ ਨਹੀਂ ਲਈ ਜਾਂਦੀ। ਤੁਸੀਂ ਕੋਈ ਵੀ ਕ੍ਰਾਈਮ ਹੈ ਜਿਹੜਾ ਇਮੀਗ੍ਰੇਸ਼ਨ ਰਿਲੇਟਡ, ਬਾਰਡਰ ਰਿਲੇਟਡ, ਸਮਗਲਿੰਗ ਰਿਲੇਟਡ, ਤੁਸੀਂ ਉਹ ਨੰਬਰ ਤੇ ਕਾਲ ਕਰਕੇ ਦੱਸ ਸਕਦੇ ਹੋ। ਉਹ ਥੋੜੀ ਸਾਰੀ ਜਾਣਕਾਰੀ ਨੂੰ ਨੋਟ ਡਾਊਨ ਕਰ ਲੈਣਗੇ, ਤੁਹਾਨੂੰ ਇੱਕ ਨੰਬਰ ਦੇ ਦੇਣਗੇ। ਪਰ ਜੇ ਤੁਸੀਂ ਨਹੀਂ ਚਾਹੁੰਦੇ ਤੁਹਾਡੀ ਜਾਣਕਾਰੀ ਉਹਨਾਂ ਨਾਲ ਸਾਂਝੀ ਕੀਤੀ ਜਾਵੇ ਤਾਂ ਉਹ ਬਿਲਕੁਲ ਸਾਂਝੀ ਨਹੀਂ ਕੀਤੀ ਜਾਂਦੀ ਹੈਗੀ ਹੈ। ਕਈ ਇਹੋ ਜਿਹੇ ਕਲਾਇੰਟ ਹੁੰਦੇ ਆ ਤਰਨ ਜਿਹੜੇ ਅਨੋਨਿਮਸ ਰਹਿਣਾ ਚਾਹੁੰਦੇ ਆ, ਤੇ ਉਹ ਚਾਹੁੰਦੇ ਆ ਕਿ ਮੈਂ ਆਪਣਾ ਨਾਂ ਨਹੀਂ ਦੱਸਣਾ ਚਾਹੁੰਦਾ, ਪਰ ਮੈਨੂੰ ਆਹ ਜਾਣਕਾਰੀ ਹੈ ਤੁਸੀਂ ਇਮੀਗ੍ਰੇਸ਼ਨ ਜਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਦੇ ਦਿਓ। ਤਾਂ ਹਾਂਜੀ, ਪਹਿਚਾਣ ਗੁਪਤ ਰੱਖ ਕੇ, ਤੇ ਉਹਦੇ ਚੋਂ ਜਿਹੜੀ ਸੋਲਿਸਿਟਰ ਕਲਾਇੰਟ ਪ੍ਰਿਵਿਲੇਜ ਹੈ ਉਹਦੇ ਵਿੱਚੋਂ ਮੈਨੂੰ ਨਹੀਂ ਆ ਕੇ ਪੁੱਛ ਸਕਦਾ ਕਿ ਮੇਰਾ ਕਲਾਇੰਟ ਕੌਣ ਹੈ। ਸੋ ਮੈਂ ਕਲਾਇੰਟ ਦੇ ਬਿਹਾਫ ਤੇ ਵੀ ਜਿਹੜੀ ਹੈਗੀ ਹੈ, ਮੇਰਾ ਕਲਾਇੰਟ ਅਨੋਨਿਮਸ ਰਹਿਣਾ ਚਾਹੁੰਦਾ ਤੇ ਉਹਦੇ ਕੋਲ ਆਹ ਜਾਣਕਾਰੀ ਹੈ, ਉਹ ਆਜ ਸ਼ੇਅਰ ਕਰਨਾ ਚਾਹੁੰਦਾ, ਤਾਂ ਉਹ ਜਾਣਕਾਰੀ ਵੀ ਦਿੱਤੀ ਜਾ ਸਕਦੀ ਹੈ। ਹੁਣ ਮੋਸਟ ਇੰਪੋਰਟੈਂਟ ਹੈ ਕਿ ਜੇ ਇੱਕ ਇਨਵੈਸਟੀਗੇਟਿੰਗ ਆਫਿਸਰ ਨੂੰ ਲੱਗਦਾ ਕਿ ਮਾਮਲਾ ਬਣਦਾ ਹੈਗਾ, ਤਾਂ ਜਿਹੜਾ ਤਾਂ ਫੋਰਨ ਨੈਸ਼ਨਲ ਪਰਮਾਨੈਂਟ ਰੈਜ਼ੀਡੈਂਟ ਨਹੀਂ ਹੈਗਾ ਉਹਦੇ ਕੋਲ ਰਾਈਟ ਆਫ ਅਪੀਲ ਨਹੀਂ ਹੈਗਾ। ਸੋ ਜੇ ਉਹਨੂੰ ਰਿਮੂਵਲ ਆਰਡਰ ਇਸ਼ੂ ਕੀਤਾ ਜਾਂਦਾ ਹੈਗਾ, ਪਹਿਲਾਂ ਤਾਂ ਰਿਪੋਰਟ ਲਿਖੀ ਜਾਊਗੀ ਜਿਹੜੀ ਸੈਕਸ਼ਨ 44 ਦੇ ਥੱਲੇ ਹੈਗੀ ਹੈ, ਜਿਹਦੇ ਦੱਸਿਆ ਜਾਊਗਾ ਕਿ ਕੈਨੇਡੀਅਨ ਸਿਟੀਜ਼ਨ ਨਹੀਂ ਹੈਗਾ, ਇਹ ਫੋਰਨ ਨੈਸ਼ਨਲ ਹੈਗਾ, ਇਹਨੇ ਆ ਜੁਰਮ ਕਮਿਟ ਕੀਤਾ ਹੈਗਾ, ਇਹ ਸੈਕਸ਼ਨ 36 ਦੇ ਥੱਲੇ ਫਾਲ ਕਰਦਾ ਤੇ ਇਹ ਇਨਐਡਮਿਸਿਬਲ ਹੈਗਾ। ਉਸ ਤੋਂ ਬਾਅਦ ਉਹ ਮਾਮਲਾ ਜਿਹੜਾ ਉਹ ਮਿਨਿਸਟਰਸ ਡੈਲੀਗੇਟ ਕੋਲੇ ਜਾਊਗਾ, ਉਹ ਇੱਕ ਸੀਨੀਅਰ ਆਫਿਸਰ ਹੈਗਾ। ਉਸ ਤੋਂ ਬਾਅਦ ਉਹ ਸੀਨੀਅਰ ਆਫਿਸਰ ਹੈ ਜਿਹੜਾ ਉਸ ਇੰਡੀਵਿਜੂਅਲ ਦੇ ਖਿਲਾਫ ਡਿਪੋਰਟੇਸ਼ਨ ਆਰਡਰ, ਐਕਸਕਲੂਜਨ ਆਰਡਰ ਜਾਂ ਰਿਮੂਵਲ ਆਰਡਰ, ਤਿੰਨਾਂ ਚੋਂ ਕੋਈ ਵੀ ਆਰਡਰ ਇਸ਼ੂ ਕਰ ਸਕਦਾ ਹੈ। ਉਹ ਸੀਰੀਅਸਨੈਸ ਆਫ ਕ੍ਰਾਈਮ ਤੇ ਇਹਦੇ ਨਾਲ ਕਿ ਉਸ ਇੰਡੀਵਿਜੂਅਲ ਨੂੰ ਵਾਪਸ ਆਉਣ ਦਿੱਤਾ ਜਾਵੇ ਜਾਂ ਨਾ ਦਿੱਤਾ ਜਾਵੇ, ਉਹਦੇ ਤੇ ਡਿਪੈਂਡ ਹੈ ਉਹ ਜਿਹੜੀ ਚੀਜ਼ ਕਰਦੀ ਹੈਗੀ ਆ। ਜੇ ਇਹ ਹੋ ਜਾਂਦਾ ਹੈ ਤਾਂ ਉਹ ਇੰਡੀਵਿਜੂਅਲ ਕੋਲੇ ਰਾਈਟ ਆਫ ਅਪੀਲ ਨਹੀਂ ਹੈਗਾ, ਉਹਨੂੰ ਉਦੋਂ ਹੀ ਰਿਮੂਵ ਹੈ ਜਿਹੜਾ ਉਹ ਕਰ ਦਿੱਤਾ ਜਾਂਦਾ। ਪਰ ਜੇ ਇਹੀ ਮਾਮਲਾ ਮੰਨ ਲਓ ਕਿਸੇ ਪਰਮਾਨੈਂਟ ਰੈਜ਼ੀਡੈਂਟ ਦੇ ਉੱਤੇ ਹੈਗਾ ਤੇ ਪਰਮਾਨੈਂਟ ਰੈਜ਼ੀਡੈਂਟ ਵੀ ਵਿਦੇਸ਼ੀ ਬੰਦਾ, ਹੁਣ ਇਹ ਵੀ ਤਾਂ ਮਾਮਲਾ ਹੋ ਸਕਦਾ ਨਾ, ਪਰਮਾਨੈਂਟ ਰੈਜ਼ੀਡੈਂਟ ਕੋਈ ਵਿਆਹ ਕਰਾਇਆ, ਉਹਨੇ ਸਪਾਂਸਰਸ਼ਿਪ ਹੋ ਕੇ ਨਹੀਂ ਕੀਤੀ ਉੱਤੇ, ਤੇ ਉਹ ਤੋਂ ਬਾਅਦ ਉਹਨੂੰ ਡਾਊਰੀ, ਜਿਵੇਂ ਤੁਸੀਂ ਕਿਹਾ, ਉਹ ਡਿਮਾਂਡ ਕਰ ਲਿਆ, ਉਹਦੇ ਤੇ ਡਾਊਰੀ ਦਾ ਕੇਸ ਹੈ ਜਿਹੜਾ ਉਹ ਇੰਡੀਆ 'ਚ ਪਾ ਗਿਆ।
ਓਨਲੀ ਡਾਊਰੀ ਮੈਟਰ ਇਕੁਇਵਲੈਂਟ ਨਹੀਂ ਹੈਗਾ ਕੈਨੇਡਾ ਦੇ ਵਿੱਚੋਂ, ਪਰ ਜਿਹੜਾ ਉਹਦੇ ਨਾਲ ਕਿਸੇ ਨੂੰ ਕੁੱਟਮਾਰ ਕੀਤੀ ਗਈ ਹੈ ਜਾਂ ਉਹਨੂੰ ਮੈਂਟਲ ਹਰਾਸਮੈਂਟ ਕੀਤੀ ਗਈ ਹੈ ਜਾਂ ਉਹਨੂੰ ਫਿਜ਼ੀਕਲ ਹਰਾਸਮੈਂਟ ਕੀਤੀ ਗਈ ਹੈ, ਉਹ ਸਾਰੇ ਜੁਰਮ ਹੈਗੇ ਆ ਜੀ। ਖਾਸ ਕਰਕੇ ਇਹ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ ਜਿੱਥੇ ਆ ਕੇ ਲੋਕ ਇੱਥੇ ਰੈਫਿਊਜੀ ਕਲੇਮ ਕਰ ਲੈਂਦੇ ਆ। ਰੈਫਿਊਜੀ ਕਲੇਮ ਕਰਨ ਤੋਂ ਬਾਅਦ ਉਹਨਾਂ ਦਾ ਪਾਸਪੋਰਟ ਨਹੀਂ ਹੁੰਦਾ ਤੇ ਇੰਡੀਅਨ ਗਵਰਨਮੈਂਟ ਦਾ ਇਹ ਪਾਲਿਸੀ ਹੈਗਾ ਕਿ ਉਹ ਪਾਸਪੋਰਟ ਨਹੀਂ ਦਿੰਦੇ ਰੈਫਿਊਜੀ ਕਲੇਮੈਂਟਸ ਨੂੰ, ਚਾਹੇ ਫੇਲ ਹੋਇਆ ਕੇਸ ਚਾਹੇ ਤੁਹਾਡਾ ਪਾਸ ਹੋਇਆ। ਉਹਦੇ ਵਿੱਚੋਂ ਤੁਸੀਂ ਜੇ ਵਿਆਹ ਦਾ ਕੇਸ ਕਰਨ ਜਾ ਰਹੇ ਹੋ ਤਾਂ ਸੈਕਸ਼ਨ 72 ਦੀ ਰਿਕੁਆਇਰਮੈਂਟ ਹੈ ਕਿ ਤੁਹਾਨੂੰ ਪਾਸਪੋਰਟ ਹੋਣਾ ਜ਼ਰੂਰੀ ਹੈ ਜਦੋਂ ਤੁਸੀਂ ਲੈਂਡ ਕਰਨਾ। ਪਰ ਜਿਹੜੀ ਇਹ ਐਗਜ਼ੈਂਪਸ਼ਨ ਹੈ ਤੁਸੀਂ ਵੱਖਰੇ ਤੌਰ ਤੇ ਅਰਜ਼ੀ ਕਰਨੀ ਹੈ ਕਿ ਮੈਂ ਪਾਸਪੋਰਟ ਕਿਉਂ ਨਹੀਂ ਦੇ ਸਕਦਾ, ਸੋ ਤੁਹਾਨੂੰ ਐਗਜ਼ੈਂਪਟ ਕਰ ਦਿੱਤਾ ਜਾਊਗਾ ਉਹ ਰਿਕੁਆਇਰਮੈਂਟ ਤੋਂ, ਤੁਹਾਨੂੰ ਲੈਂਡਿੰਗ ਕਰ ਦਿੱਤੀ ਜਾਊਗੀ। ਸੇਮ ਤੁਸੀਂ ਕਰ ਸਕਦੇ ਹੋ ਜੇ ਤੁਹਾਡੇ ਕੋਲ ਮੈਰਿਜ ਸਰਟੀਫਿਕੇਟ ਹੈ ਨਹੀਂ ਜਾਂ ਤੁਹਾਡਾ ਗੁੰਮ ਗਿਆ ਜਾਂ ਤੁਸੀਂ ਪ੍ਰੋਡਿਊਸ ਨਹੀਂ ਕਰ ਸਕਦੇ ਤਾਂ ਤੁਸੀਂ ਇੱਕ ਵੱਖਰੇ ਤੌਰ ਤੇ ਅਰਜ਼ੀ ਕਰਨੀ ਹੈ ਜਿਹੜੀ ਤੁਹਾਨੂੰ ਉਸ ਰਿਕੁਆਇਰਮੈਂਟ ਤੋਂ ਐਗਜ਼ੈਂਪਟ ਹੈ ਜਿਹੜੀ ਉਹ ਕਰ ਦਿੱਤੀ ਜਾਊਗੀ। ਮੇਰਾ ਬਹੁਤ ਐਕਸਪੀਰੀਅੰਸ ਹੈ ਜੀ ਇਹਨਾਂ ਮਾਮਲਿਆਂ 'ਚ। ਤੁਸੀਂ ਆਪਣੇ ਫਰੈਂਡ ਨੂੰ ਕਹੋ ਸਾਡੇ ਆਫਿਸ ਕੰਟੈਕਟ ਕਰ ਲੈਣ, ਮੇਰੇ ਨਾਲ ਅਪਾਇੰਟਮੈਂਟ ਬਣਾ ਦੇਣਗੇ ਜੀ। ਜੀ ਬਿਲਕੁਲ, ਵਾਪਸ ਆਪਾਂ ਟੌਪਿਕ ਤੇ ਸਮਾਂ ਵੀ ਬਹੁਤ ਘੱਟ ਰਹਿ ਗਿਆ ਸਰ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਰਿਮੂਵਲ ਦੀ, ਜਿਹੜੇ ਤਾਂ ਪੀਆਰ ਹੋਲਡਰਸ ਨੇ ਜਿਹੜੇ ਉਹਨਾਂ ਨੂੰ ਅਪੀਲ ਕਰਨ ਦਾ ਰਾਈਟ ਹੈਗਾ, ਬਾਕੀਆਂ ਨੂੰ ਨਹੀਂ ਹੈਗਾ। ਸੋ ਮੰਨ ਲਓ ਕਿਸੇ ਪਰਮਨੈਂਟ ਰੈਜ਼ੀਡੈਂਟ ਤੇ ਇਹ ਮੁਕੱਦਮਾ ਜਿਹੜਾ ਉਹ ਬਣ ਜਾਂਦਾ ਤੇ ਉਸਨੇ ਉਸ ਜਿਹੜਾ ਦੇਸ਼ ਆ ਉੱਥੇ ਜ਼ੁਰਮ ਕਮਿਟ ਕੀਤਾ, ਚਾਹੇ ਉਹਦੀ ਕਨਵਿਕਸ਼ਨ ਹੋਈ ਹੈ ਹਾਲੇ ਨਹੀਂ ਹੋਈ, ਪਰ ਇਹ ਇਮੀਗ੍ਰੇਸ਼ਨ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹਦੇ ਖਿਲਾਫ ਵੀ ਰਿਪੋਰਟ ਹੈ ਜਿਹੜੀ ਲਿਖੀ ਜਾ ਸਕਦੀ ਹੈ। ਜੇ ਰਿਪੋਰਟ ਲਿਖੀ ਜਾਂਦੀ ਹੈ ਉਹਦੇ ਕੋਲ ਰਾਈਟ ਆਫ ਅਪੀਲ ਹੈ, ਉਹ ਅਪੀਲ ਕਰਦਾ ਹੈ। ਜਦੋਂ ਅਪੀਲ ਕਰਦਾ ਤਾਂ ਫਿਰ ਕੋਰਟ ਦੇ ਵਿੱਚੋਂ ਇਮੀਗ੍ਰੇਸ਼ਨ ਨੇ ਪ੍ਰੂਵ ਕਰਨਾ ਹੈ ਕਿ ਇਕੁਇਵਲੈਂਸੀ ਆਫ ਕ੍ਰਾਈਮ ਹੈ ਜਿਹੜੀ ਉਹ ਕੈਨੇਡਾ ਦੇ ਵਿੱਚ ਹੈ ਤੇ ਇਹਨੇ ਐਕਟ ਕਮਿਟ ਕੀਤਾ ਹੈ ਤੇ ਜਿਹੜਾ ਐਕਟ ਕਮਿਟ ਕੀਤਾ ਹੈ ਉਹ ਕੈਨੇਡਾ ਦੇ ਵਿੱਚ ਵੀ ਕ੍ਰਾਈਮ ਹੈਗਾ। ਪਰ ਜੇ ਉਹਨਾਂ ਚਿਰ ਤੱਕ ਉਹਦੀ ਕਨਵਿਕਸ਼ਨ ਹੋ ਜਾਂਦੀ ਹੈ ਤਾਂ ਫਿਰ ਉਹਨੂੰ ਕੁਝ ਵੀ ਪ੍ਰੂਵ ਕਰਨ ਦੀ ਲੋੜ ਨਹੀਂ ਪੈਂਦੀ। ਸੋ ਇਹ ਬਹੁਤ ਸਰਕਮਸਟੈਂਸਸ ਦੇ ਉੱਤੇ ਮੈਟਰ ਕਰਨ ਵਾਲੇ ਇਸ਼ੂਜ਼ ਨੇ, ਪਰ ਸਪੈਸੀਫਿਕਲੀ ਜਿਹੜੇ ਟੈਂਪਰੇਰੀ ਰੈਜ਼ੀਡੈਂਟ ਨੇ, ਫੋਰਨ ਨੈਸ਼ਨਲ ਟੈਂਪਰੇਰੀ ਰੈਜ਼ੀਡੈਂਟ ਨੇ, ਉਹਨਾਂ ਦੇ ਉੱਤੇ ਤਾਂ ਇਹ ਮਾਮਲਾ ਉਹਨਾਂ ਨੂੰ ਬਾਹਰ ਕੱਢਣ ਦਾ ਬਹੁਤ ਹੀ ਸੁਖਾਲਾ ਹੋ ਸਕਦਾ ਹੈ। ਸਰ ਜਿਵੇਂ ਤੁਸੀਂ ਗੱਲ ਕੀਤੀ ਹੈ, ਅਜਿਹੇ ਮਾਮਲਾ ਜਿਹੜੇ ਟੀਆਰ ਹੋਲਡਰਸ ਨੇ ਤੇ ਉਹਨਾਂ ਨੂੰ ਰਿਫਿਊਜੀ ਕਲੇਮ ਇੱਕ ਬਹੁਤ ਵਧੀਆ ਰਾਹ ਆ ਕਿ ਇਹਦੇ ਤਰੀਕੇ ਨਾਲ ਉਹ ਵਾਪਸ ਜਾਣ ਤੋਂ ਵੀ ਬਚ ਸਕਦੇ ਆ ਤੇ ਉੱਥੇ ਸਜ਼ਾ ਤੋਂ ਵੀ ਬਚ ਸਕਦੇ ਆ। ਉਹ ਪ੍ਰੋਵਾਈਡਡ ਤਾਂ ਤਰਨ ਜੇ ਉਹਨਾਂ ਦੇ ਖਿਲਾਫ ਰਿਮੂਵਲ ਆਰਡਰ ਇਸ਼ੂ ਨਹੀਂ ਹੋਇਆ। ਸੋ ਮੰਨ ਲਓ ਕਿਸੇ ਦੀ ਸ਼ਿਕਾਇਤ ਹੋ ਜਾਂਦੀ ਹੈ, ਉਹਦੇ ਖਿਲਾਫ ਰਿਮੂਵਲ ਆਰਡਰ ਇਸ਼ੂ ਹੋ ਜਾਂਦਾ, ਫਿਰ ਤੁਸੀਂ ਰੈਫਿਊਜੀ ਕਲੇਮ ਨਹੀਂ, ਕਿੰਨੇ ਟਾਈਮ ਦੇ ਵਿੱਚ ਉਹ ਡਿਪੈਂਡ ਕਰੂਗਾ। ਜਿਵੇਂ ਆਪਾਂ ਪਹਿਲਾਂ ਗੱਲ ਕਰੀਏ ਉਹ ਕਿਹੜੇ ਆਫੀਸਰ ਕੋਲੇ ਹੈ, ਸੀਰੀਅਸਨੈਸ ਆਫ ਆਫੈਂਸ ਕੀ ਹੈਗਾ, ਕ੍ਰਾਈਮ ਦਾ ਸੀਰੀਅਸਨੈਸ ਕੀ ਹੈਗਾ, ਕੀ ਉਹ ਕੈਨੇਡੀਅਨ ਪਬਲਿਕ ਨੂੰ ਵੀ ਥ੍ਰੈਟ ਹੈਗਾ ਬੰਦਾ ਕਿ ਨਹੀਂ ਹੈਗਾ, ਉਹ ਕਿੰਨੀਆਂ ਚੀਜ਼ਾਂ ਉੱਤੇ ਮੈਟਰ ਕਰੂਗੀ। ਉਸ ਹਿਸਾਬ ਨਾਲ ਉਹਨੂੰ ਪ੍ਰਾਇੋਰਟੀ ਨਾਲ ਪ੍ਰੋਸੈਸ ਜਿਹੜਾ ਉਹ ਕੀਤਾ ਜਾਊਗਾ ਜੀ। ਜੀ ਸਿਰਫ ਰਿਮੂਵਲ ਆਰਡਰਸ ਵੇਲੇ ਹੀ ਉਹ ਜਿਹੜੇ ਆ ਉਸ ਤੋਂ ਪਹਿਲਾਂ ਕਰ ਸਕਦੇ ਰਿਫਿਊਜੀ ਉਸ ਤੋਂ ਬਾਅਦ ਨਹੀਂ। ਸੋ ਮੰਨ ਲਓ ਫੋਰ ਐਗਜ਼ਾਮਪਲ ਕਿਸੇ ਤੇ ਹੈ ਜਾਂ ਝੂਠਾ ਮੁਕੱਦਮਾ ਇੰਡੀਆ ਦੇ ਵਿੱਚ ਕਿਸੇ ਨੇ ਬਣਾਤਾ ਤੇ ਉਹ ਤੋਂ ਬਾਅਦ ਉਹ ਇਹ ਵੀ ਸ਼ਿਕਾਇਤ ਕਰਤੀ ਕਿ ਇਹਨੇ ਕ੍ਰਾਈਮ ਕਮਿਟ ਕੀਤਾ ਹੈਗਾ, ਪਰ ਉਹ ਸੱਚਾ ਨਹੀਂ ਹੈਗਾ, ਉੱਥੇ ਝੂਠਾ ਮੁਕੱਦਮਾ ਬਣਾਇਆ ਗਿਆ ਤੇ ਉਹ ਤੋਂ ਬਾਅਦ ਉਹਨੂੰ ਡਰ ਹੈ ਉਹਨੂੰ ਰਿਮੂਵ ਨਾ ਕਰ ਦਿੱਤਾ ਜਾਵੇ। ਉਹ ਤੋਂ ਪਹਿਲਾਂ ਜੇ ਰਿਫਿਊਜੀ ਕਲੇਮ ਕਰ ਸਕਦਾ, ਉਹ ਬਿਲਕੁਲ ਕਹਿ ਸਕਦਾ ਮੈਨੂੰ ਜਾਨ ਦਾ ਖਤਰਾ ਹੈ ਤੇ ਮੇਰੇ ਖਿਲਾਫ ਇਹ ਝੂਠਾ ਮੁਕੱਦਮਾ ਹੈਗਾ ਜੀ। ਸਰ ਇਸ ਤੋਂ ਇਲਾਵਾ ਵੀ ਤੁਸੀਂ ਦੋ ਦੱਸੇ ਸੀ ਡਿਸੀਜਨਸ ਲਈ ਜਾ ਸਕਦੇ ਆ, ਰਿਮੂਵਲ ਤੋਂ ਇਲਾਵਾ ਹੋਰ ਕਿਹੜੇ ਉਹਨਾਂ ਦੇ ਕੋਲ ਸੀਗੇ ਉਸ ਟਾਈਮ ਦੇ ਵਿੱਚ ਵੀ ਕੀ ਉਹ ਰਿਫਿਊਜੀ ਕਲੇਮ ਕਰ ਸਕਦੇ ਆ ਕਿ ਸਿਰਫ ਰਿਮੂਵਲ ਆਰਡਰਸ ਤੋਂ ਪਹਿਲਾਂ ਹੀ ਕਰ ਸਕਦੇ ਆ? ਹਾਂ, ਜਿਹੜਾ ਐਕਸਕਲੂਜਨ ਆਰਡਰ ਤੇ ਡਿਪੋਰਟੇਸ਼ਨ ਆਰਡਰ ਇਹ ਫਾਰਮ ਆਫ ਰਿਮੂਵਲ ਆਰਡਰਸ ਨੇ। ਸੋ ਇਹਨਾਂ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨਾ ਚਿਰ ਵਾਪਸ ਨਹੀਂ ਆ ਸਕਦੇ ਹੈਗੇ ਜਾਂ ਤੁਸੀਂ ਵਾਪਸ ਆ ਸਕਦੇ ਹੋ ਕਿ ਨਹੀਂ ਆ ਸਕਦੇ ਹੈਗੇ। ਸੋ ਉਹ ਡਿਗਰੀ ਆਫ ਸੀਰੀਅਸਨੈਸ ਹੈ ਜਿਹਦੇ ਹਿਸਾਬ ਨਾਲ ਤੁਹਾਨੂੰ ਐਕਸਕਲੂਜਨ, ਰਿਮੂਵਲ ਜਾਂ ਡਿਪੋਰਟੇਸ਼ਨ ਆਰਡਰ ਮਿਲ ਸਕਦਾ ਹੈਗਾ। ਪਰ ਜਿਹੜਾ ਮੋਸਟ ਇੰਪੋਰਟੈਂਟ ਗੱਲ ਹੈਗੀ ਹੈ ਤਰਨੇ ਹੈਗੀ ਹੈ ਕਿ ਤੁਸੀਂ ਜਦੋਂ ਇਹੋ ਜਿਹੇ ਮਾਮਲੇ 'ਚ ਫਸ ਜਾਂਦੇ ਹੋ ਤਾਂ ਕਾਨੂੰਨੀ ਸਲਾਹ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਮੈਂ ਦੇਖਦਾ ਕਿ ਜਿਹੜੇ ਸੋਸ਼ਲ ਮੀਡੀਆ ਜਾਂ ਬਹੁਤ ਸਾਰੇ ਇਹੋ ਜਿਹੇ ਰੇਡੀਓ ਸਟੇਸ਼ਨ, ਟੀਵੀ ਸਟੇਸ਼ਨ ਨੇ ਜਿੱਥੇ ਜਾ ਕੇ ਲੋਕ ਡਿਸਕਸ਼ਨ ਕਰਦੇ ਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਉਹਨਾਂ ਨੇ ਕਰਨਾ ਕੀ ਹੈ। ਹੁਣ ਮੀਡੀਆ ਦਾ ਕੰਮ ਨਹੀਂ ਨਾ ਉਹਨਾਂ ਨੂੰ ਸਲਾਹ ਦੇਵੇ ਤੁਸੀਂ ਕਰਨਾ ਕੀ ਹੈ, ਉਹ ਤਾਂ ਮਾਮਲਾ ਸਾਹਮਣੇ ਲਿਆ ਸਕਦੇ ਆ, ਪਰ ਉਹਨਾਂ ਨੂੰ ਖੁਦ ਚਾਹੀਦਾ ਹੈ ਕਿ ਉਹ ਐਫਰਟ ਕਰਕੇ ਕਾਨੂੰਨੀ ਸਲਾਹ ਜਿਹੜੀ ਲੈਣ ਤੇ ਉਹਨੂੰ ਰਾਈਟ ਐਫਰਟਸ ਕਰਨ, ਕਿਉਂਕਿ ਕਾਨੂੰਨ ਹੈ ਜਿਹੜਾ ਉਹ ਲੋਕਾਂ ਦੀ ਮਦਦ ਲਈ ਬਣਿਆ, ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਲਈ ਨਹੀਂ ਬਣਿਆ ਹੈਗਾ। ਜੀ ਬਿਲਕੁਲ ਸਰ, ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਜਿਹੜੇ ਦਰਸ਼ਕ ਦੇਖ ਰਹੇ ਨੇ ਕੀ ਕਹਿਣਾ ਚਾਹੁੰਦੇ? ਜਿਵੇਂ ਮੈਂ ਹੁਣੇ ਆਖਿਆ ਜੀ ਕਿ ਜਿਹੜਾ ਇਹੋ ਜਿਹੇ ਮਾਮਲੇ ਹੁੰਦੇ, ਚਾਹੇ ਕੋਈ ਵੀ ਇਮੀਗ੍ਰੇਸ਼ਨ ਰਿਲੇਟਡ ਮਾਮਲਾ ਹੁੰਦਾ ਹੈ, ਉਹ ਤੁਸੀਂ ਸੋਸ਼ਲ ਮੀਡੀਆ ਜਾਂ ਇਰਰਿਸਪੌਂਸਿਬਲ ਜਿਹੜੀਆਂ ਚੈਨਲਸ ਨੇ ਉਹਨਾਂ ਤੋਂ ਸਲਾਹ ਜ਼ਰੂਰ ਬਿਲਕੁਲ ਨਾ ਲਿਆ ਕਰੋ ਜੀ। ਉਹਦਾ ਰੀਜ਼ਨ ਹੈਗਾ ਕਿਉਂਕਿ ਉਹ ਤੁਹਾਨੂੰ ਸਹੀ ਰਸਤੇ ਨਹੀਂ ਪਾ ਰਹੇ, ਰਾਦਰ ਕੇ ਉਹ ਭਟਕਾ ਰਹੇ ਹੈਗੇ ਆ।
ਸੋ ਜੇ ਕੋਈ ਕਾਨੂੰਨੀ ਮਾਮਲਾ ਤਾਂ ਆਲਵੇਜ਼ ਕਾਨੂੰਨੀ ਮਾਹਰ ਤੋਂ ਹੀ ਸਲਾਹ ਲਿਆ ਕਰੋ ਜੀ। ਬਿਲਕੁਲ ਸਰ, ਥੈਂਕ ਯੂ ਸੋ ਮਚ ਸਾਡੇ ਪ੍ਰੋਗਰਾਮ 'ਚ ਆਉਣ ਲਈ ਧੰਨਵਾਦ। ਤੇ ਜਾਣਕਾਰੀ ਦੇਣ ਲਈ। ਅੱਜ ਕੁਝ ਅਹਿਮ ਮੁੱਦਿਆਂ ਉੱਤੇ ਅਸੀਂ ਗੱਲਬਾਤ ਕੀਤੀ। ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਸਟਰ ਖਹਿਰਾ ਨੂੰ ਇਹਨਾਂ ਮਾਮਲਿਆਂ 'ਚ ਖਾਸ ਮੁਹਾਰਤ ਹਾਸਿਲ ਆ। ਸੋ ਜੇਕਰ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ ਇਮੀਗ੍ਰੇਸ਼ਨ ਸੰਬੰਧੀ, ਇਹਨਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦੇ ਨੰਬਰਸ ਅਸੀਂ ਪ੍ਰੋਵਾਈਡ ਕਰਵਾ ਦਿੱਤੇ ਨੇ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।